ਰਾਜ ਵਿੱਚ ਕੌਣ ਬੋਲ ਰਿਹਾ ਇੱਧਰ? ਅੱਜ ਦੀ ਜਿਹੜੀ ਕਾਨਫਰੰਸ ਹੈ ਜੀ, ਹਾਂਜੀ ਇਹ ਕਾਨਫਰੰਸ ਜਿਸ ਦਿਨ ਪਹਿਲੇ ਦਿਨ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਉਹਦੇ ਵਿੱਚ ਕਿਹੜਾ ਮੰਦਰ ਵੱਜਦਾ ਜੀ? ਉਹ ਸ਼ਿਵ ਮੰਦਰ 'ਚ ਉੱਥੇ ਵੀ ਇਹੀ ਵਿਚਾਰਾਂ ਸੀਗੀਆਂ ਟਿਕਟਾਂ ਟੂਟਾਂ ਦੇ ਸੰਬੰਧ 'ਚ। ਹੋਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਭਾਈ ਟਿਕਟ ਮੰਗਣਾ ਹਰ ਬੰਦੇ ਦਾ ਫਰਜ਼ ਹੈ। ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ, ਉਹ ਬੰਦਾ ਸ਼ਾਇਦ ਅੱਜ ਵਿੱਚ ਨਹੀਂ ਹੈ, ਇੱਕ ਘੱਗੇ ਵਾਲਾ ਮੁੰਡਾ ਜਾਂ ਉਹ ਜਿਹਨੂੰ ਕੀ ਕਹਿੰਦੇ ਡਾਕਟਰ ਕਹਿੰਦੇ ਸ਼ਾਇਦ, ਡਾਕਟਰ ਬਹਾਦਰ ਸਿੰਘ। ਚਲੋ ਉਹਨੇ ਅੱਛੀ ਗੱਲ ਕਹੀ। ਜਿਹੜਾ ਬੰਦਾ ਅੱਛੀ ਗੱਲ ਕਰੇ, ਚਾਹੇ ਕੋਈ ਵੀ ਸਾਡਾ ਵਿਰੋਧੀ ਵੀ, ਉਹਦੀ ਗੱਲ ਦੀ ਪ੍ਰੋੜਤਾ ਕਰਨੀ ਆਪਣਾ ਫਰਜ਼ ਹੈ। ਮੈਂ ਕਿਹਾ ਭਾਈ ਜਿਹੜਾ ਵੀ ਬੰਦਾ ਪਾਰਟੀ ਦੇ ਹਿੱਤ ਨੂੰ ਲੈ ਕੇ ਗੱਲ ਕਰੇਗਾ, ਉਹਨੂੰ ਜ਼ਰੂਰ ਵਿਚਾਰਿਆ ਜਾਵੇ ਅਤੇ ਉਹਨੂੰ ਦੇਖਿਆ ਜਾਵੇ, ਉਹਦੀ ਗੱਲ ਨੂੰ ਵਿਚਾਰ ਕੇ ਫਿਰ ਅੱਗੇ ਚੱਲਿਆ ਜਾਵੇ। ਸਰ ਦਰਸ਼ਨ ਸਿੰਘ ਜੀ, ਤੁਸੀਂ ਉਹਦੇ ਵਿੱਚ ਸੀਗੇ ਜੀ? ਮੈਂ ਨਹੀਂ ਸੀਗਾ। ਅੱਛਾ ਜੀ। ਚਲੋ ਜਿੰਨੀ ਕਿ ਮੈਨੂੰ ਅਕਲ ਸੀ, ਸਮਝ ਸੀ, ਉਹਦੇ ਮੁਤਾਬਕ ਮੈਂ ਕਿਹਾ ਕਿ ਭਾਈ ਅਗਰ ਮੈਨੂੰ ਟਿਕਟ ਨਹੀਂ ਮਿਲਦੀ, ਇਹ ਜਿਹੜੀ ਸੰਗਤ, ਇਹ ਜਿਹੜੇ ਅੱਜ ਦਾ ਇਕੱਠ ਹੈ, ਇਹ ਰੱਬ ਰੂਪੀ ਇਕੱਠ ਹੈ। ਕੋਈ ਇਹ ਨਹੀਂ ਕਿ ਮੰਦਰ ਗਿੱਤਾ ਜਾ ਕੇ ਜਾਂ ਗੁਰਦੁਆਰੇ ਜਾ ਕੇ ਜ਼ਰੂਰੀ ਕਿਸਮ ਹੁੰਦੀ ਹੈ। ਇਹ ਬਹੁਤ ਇਹ ਅਸਲ ਮੰਦਰ ਹੀ ਹੈ ਕਿ ਮੈਂ ਸਭ ਤੋਂ ਪਹਿਲਾਂ ਉਹਦੇ ਨਾਲ ਅੱਗੇ ਹੋ ਕੇ ਚੱਲਾਂਗਾ। ਹੋਰ ਵੀ ਇੱਕ ਦੋ ਨੇ ਕਿਹਾ, ਪਰ ਦਮਵੀ ਆਵਾਜ਼ ਨਾ ਕਿਹਾ। ਚਲੋ ਜਿੰਨੀ ਅਗਲੇ ਦੀ ਕਿਸੇ ਦਾ ਵਿਚਾਰ ਸੀ, ਸਮਝ ਸੀ, ਉਹ ਸਭ ਨੇ ਗੱਲ ਕੀਤੀ। ਉਸ ਤੋਂ ਬਾਅਦ ਜੀ ਅਸੀਂ ਆਪਣੀ ਗੱਲ ਕਰਨੀ ਲੋਕਾਂ ਦੇ ਵਿੱਚ ਚਾਲੂ ਕਰਤੀ, ਚਾਹੇ ਉਹ ਜਿਹੜਾ ਮਰਜ਼ੀ ਸੱਜਣ ਸੀ। ਪਰ ਮੈਂ ਸਮਝਦਾ ਵੀ ਜਿਹੜੀ ਸ਼ੁਰੂਆਤ ਹੋਈ ਉਹ ਬਹੁਤ ਮਾੜੀ ਹੋਈ। ਟਿਕਟ ਮੰਗਣ ਦਾ ਇਹ ਨਹੀਂ ਹੁੰਦਾ ਹੈ, ਜੇ ਫਰਜ਼ ਕੀਤਾ ਮੈਂ ਕਹਿ ਦਿੱਤਾ ਵੀ ਭਾਈ ਟਿਕਟ ਮੰਗੋ, ਤਾਂ ਹਰ ਇੱਕ ਨੂੰ ਹੱਕ ਹੈ ਕਿ ਮੈਂ ਕਹਿੰਦਾ ਬਈ ਮਾਫ਼ ਕਰੋ ਜੀ ਅਗਰ ਕੋਈ ਗੱਲਬਾਤ ਇਹੀ ਨਿਕਲੀ ਹੋਵੇ ਵੀ ਸਰ ਦਰਸ਼ਨ ਸਿੰਘ ਇੱਥੇ ਰਿਹਾ ਜੀ, ਇਹਨੇ ਬੜਾ ਲੁੱਟਿਆ ਲੋਕਾਂ ਨੂੰ। ਨਿਰਮਲ ਸਿੰਘ MLA ਰਿਹਾ ਜੀ, ਇਹਨੇ ਬਹੁਤ ਲੋਕਾਂ ਨੂੰ ਲੁੱਟਿਆ ਜੀ। ਇਹ ਆਪਾਂ ਆਪਣੀ ਟਿਕਟ ਥੋੜ੍ਹੀ ਮੰਗ ਰਹੇ ਹਾਂ। ਇਹ ਤਾਂ ਆਪਾਂ ਮਤਲਬ ਕਿ ਕਹਿ ਲਈਏ ਕਿ ਪਾਰਟੀ ਦਾ ਹੀ ਵਿਰੋਧ ਕਰ ਰਹੇ ਹਾਂ। ਮੈਂ ਆਪਣੀ ਸਮਝ ਮੁਤਾਬਕ ਕਹਿਣਾ, ਔਰ ਆਪਣਾ ਧੜਾ ਬਣਾ ਰਹੇ ਹਾਂ। ਅਗਰ ਕੱਲ੍ਹ ਨੂੰ ਆਪਾਂ ਨੇ ਇਕੱਠੇ ਹੁੰਦੇ ਹਾਂ, ਫਰਜ਼ ਕੀਤਾ ਸਰ ਦਰਸ਼ਨ ਸਿੰਘ ਨੂੰ ਟਿਕਟ ਮਿਲ ਜਾਂਦੀ ਹੈ, ਇਹਨਾਂ ਨੇ ਮੇਰੀਆਂ ਲੱਤਾਂ ਖਿੱਚੀਆਂ ਹੋਣਗੀਆਂ ਜਾਂ ਮੈਨੂੰ ਵੱਧ ਘੱਟ ਬੋਲੇ ਹੋਣਗੇ, ਅਤੇ ਉਹ ਮੈਨੂੰ ਗੱਲ ਤੁਰਨ ਤੋਂ ਪਹਿਲਾਂ 1000 ਵਾਰੀ ਮੈਨੂੰ ਰੜਕੂਗੀ ਵੀ ਯਾਰ ਤਹਿਸੀਲਦਾਰ ਸਾਹਿਬ ਨੇ ਤਾਂ ਮੈਨੂੰ ਉਸ ਟਾਈਮ ਆਪਾਂ ਗੱਲ ਤਾਂ ਹੋਰ ਕਹੀ ਦੀ, ਇਹ ਤਾਂ ਗੱਲ ਹੋਰ ਹੀ ਕਰ ਰਹੇ ਨੇ। ਇਹ ਤੁਰਨ ਤੋਂ ਪਹਿਲਾਂ 1000 ਵਾਰੀ ਬੰਦਾ ਸੋਚੇਗਾ। ਚਲੋ ਹੋਇਆ ਉਹ ਤਾਂ ਉਲਟ ਕੇ ਸਰਦਾਰ ਨਾਂ ਲਾਈਦਾ ਜੀ, ਸਰਦਾਰ ਕੀ ਨਾਂ ਲੈਂਦੇ ਨੇ ਦਾ, ਸਰਦਾਰ ਦਰਬਾਰਾ ਸਿੰਘ ਜੀ ਉਹਨਾਂ ਨੇ ਇੱਕ ਐਸਾ ਕੰਮ ਆਰੰਭ ਕਰ ਲਿਆ ਕਿ ਬਿਨਾਂ ਝਿਜਕ ਤੋਂ ਜਿਹੜਾ ਵੀ ਉਹਦੇ ਮੂੰਹ 'ਚ ਆਇਆ ਉਹਨੇ ਵਰਤ ਲਿਆ। ਉਹਦੇ ਖਿਲਾਫ ਚੰਗਾ ਮਾੜਾ ਜੋ ਉਹਨੇ ਕਹਿਣਾ ਸੀ ਉਹ ਕਿਹਾ। ਪਰ ਤੁਸੀਂ ਪ੍ਰੈਸ ਵਾਲੇ ਵੀਰ ਬੈਠੇ ਹੋ, ਅਗਰ ਅਸੀਂ ਉਹ ਜੇ ਅੱਜ ਤੱਕ ਇੱਕ ਖਿਲਾਫ ਸ਼ਬਦ ਬੋਲਿਆ ਤਾਂ ਮੈਂ ਤੁਹਾਡਾ ਵੀ ਦੇਣਦਾਰ ਹਾਂ ਔਰ ਉਹਦਾ ਵੀ ਦੇਣਦਾਰ ਹਾਂ। ਨਹੀਂ ਕਿਹਾ, ਪਰ ਕਦ ਤੱਕ ਬੰਦਾ ਚੁੱਪ ਕਰੇਗਾ ਜੀ? ਜਦੋਂ 1 2 ਦਿਨ 4 ਦਿਨ ਦੇਖੇਗਾ, ਜੇ ਨਹੀਂ ਦੇਖਿਆ ਫਿਰ ਬੰਦਾ ਦੁਖੀ ਹੋਇਆ, ਕੋਈ ਨਾ ਕੋਈ ਸ਼ਬਦ ਅਪਸ਼ਬਦ ਬੰਦੇ ਦੇ ਮੂੰਹੋਂ ਨਿਕਲਦੇ ਨਹੀਂ। ਜ਼ਰੂਰ ਇਹ ਬੰਦਾ ਫਿਰ ਕਹਿੰਦਾ ਵੀ ਭਾਈ ਇਹ ਤਾਂ ਹਟਦਾ ਹੀ ਨਹੀਂ ਹੈ। ਇਸ ਲਈ ਐਸੀ ਜਿਹੜੀ ਸ਼ਬਦਾਵਲੀ ਆ ਉਹ ਸੱਜਣ ਵਰਤਦਾ ਰਿਹਾ, ਜਿਹੜੀ
ਉਹਨੂੰ ਨਹੀਂ ਸੀ ਐਸਾ ਕਰਨਾ ਚਾਹੀਦਾ, ਉਹਨੂੰ ਟਿਕਟ ਮੰਗਣੀ ਚਾਹੀਦੀ। ਟਿਕਟ ਮੰਗਣ ਦਾ ਤਰੀਕਾ ਇੱਕ ਦੋ ਨੇ, ਉਹਨੂੰ ਹਾਈ ਕਮਾਂਡ ਕੋਲ ਜਾਣਾ ਚਾਹੀਦਾ ਸੀ, ਉਹਨੂੰ ਸਰਦਾਰ ਚੰਨੀ ਜੀ ਕੋਲ ਜਾਣਾ ਚਾਹੀਦਾ ਸੀ, ਸਾਡੀ ਪਾਰਟੀ ਦੇ ਚੀਫ ਮਿਨਿਸਟਰ ਨੇ। ਸਿੱਧੂ ਸਾਹਿਬ ਸਾਡੇ ਪ੍ਰਧਾਨ ਜੀ ਨੇ, ਸਾਡੇ ਪ੍ਰਧਾਨ ਜੀ ਨੇ, ਉਹਨਾਂ ਕੋਲ ਅਪਰੋਚ ਕਰਨੀ ਚਾਹੀਦੀ ਸੀ, ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਸੀ ਕਿ ਮੇਰੀ ਕਾਂਗਰਸ ਪਾਰਟੀ ਨੂੰ ਆਹ ਦੇਣ ਹੈ ਜੀ, ਆਹ ਮੈਂ ਪਾਰਟੀ ਲਈ ਕੀਤਾ, ਆਹ ਮੇਰੇ ਜਿਹੜੇ ਕੰਮ ਨੇ ਉਹ ਮੈਂ ਕੀਤੇ ਨੇ, ਇਸ ਨੂੰ ਦੇਖਦਿਆਂ ਹੋਇਆ ਮੈਂ ਟਿਕਟ ਦੀ ਮੰਗ ਕਰਦਾ ਕਿ ਮੈਨੂੰ ਟਿਕਟ ਦਿੱਤੀ ਜਾਵੇ। ਇਹਦੇ ਉਲਟ ਉਹਨਾਂ ਨੇ ਆਪਣਾ ਹੋਰ ਹੀ ਕੰਮ ਆਰੰਭ ਕਰਤਾ, ਜਿਹੜੀ ਮੇਰਾ ਖਿਆਲ ਕਿਸੇ ਵੀ ਗਿਆਨਤਦਾਰ ਮਤਲਬ ਕਿ ਗਿਆਨਤਦਾਰ ਆਪਣਾ ਇਹਨੂੰ ਪੋਲੀਟੀਕਲ ਬੰਦੇ ਨੂੰ ਚੰਗੀ ਨਹੀਂ ਲੱਗੇਗੀ। ਚਲੋ ਉਹਦੀ ਸਮਝ ਉਹਨੇ ਕੀਤਾ, ਪਰ ਮੈਨੂੰ ਇਹ ਗੱਲ ਬੁਰੀ ਲੱਗੀ ਕਿ ਮੈਂ ਤਾਂ ਆਪ ਹੀ ਕਹਿ ਰਿਹਾ ਕਿ ਭਾਈ ਟਿਕਟ ਮੰਗੋ। ਜੇ ਤਾਂ ਮੈਂ ਕਹਿ ਰਿਹਾ ਵੀ ਤੂੰ ਕੌਣ ਆ ਵੀ ਮੇਰਾ, ਜਦ ਤੱਕ ਮੈਂ ਹਲਕੇ ਦਾ MLA ਆ, ਤੂੰ ਮੇਰੇ ਹਲਕੇ ਦੇ ਵਿੱਚ ਆ ਕੇ ਤਿੰਨ ਪਾਸੇ ਕਰਨਾ, ਜਦੋਂ ਮੈਂ ਨਹੀਂ ਹੋਊਗਾ ਉਦੋਂ ਤੂੰ ਜੋ ਮਰਜ਼ੀ ਕਰਦਾ ਰਹੀ। ਅਸੀਂ ਤਾਂ ਕਹਿ ਦਿੱਤਾ ਕੀ ਕਹਿੰਦੇ ਰਹੇ ਸਪਸ਼ਟ ਸ਼ਬਦਾਂ 'ਚ। ਕਿੱਥੇ ਕੀ ਹੋਇਆ, ਕੀ ਕਿਹਾ ਤੁਹਾਨੂੰ ਜ਼ਿਆਦਾ, ਜਿਹੜੀ ਮੇਨ ਤੁਹਾਡੇ ਕੋਲ ਗੱਲ ਕੀ ਆਈ, ਜਿਹੜੇ ਉਹਨੂੰ ਖਿਲਾਫ ਤੁਹਾਡੇ ਕੀ ਲਫ਼ਜ਼ ਵਰਤੇ ਜੀ ਉਹਦੇ? ਦੇਖੋ ਮੇਰੇ ਨਾਲ ਕੀ ਖਿਲਾਫ ਵਰਤਨੇ ਨੇ, ਮੈਂ ਸਮਝਦਾ ਕਿ ਪਾਰਟੀ ਦੇ ਖਿਲਾਫ ਵਰਤੇ ਨੇ। ਅਗਰ ਕੋਈ ਮੇਰੇ ਖਿਲਾਫ ਹੈ ਨਾ ਇਸ ਸਟੇਜ 'ਤੇ ਕੋਈ ਗੱਲ ਵਰਤਦਾ ਹੈ ਤਾਂ ਨੁਕਸਾਨ ਪਾਰਟੀ ਦਾ ਹੋਵੇ, ਮੇਰਾ ਨਹੀਂ ਹੋ ਰਿਹਾ ਕੁਛ। ਮੈਂ ਚੁੱਪ ਕਰਕੇ ਬਹਿ ਜਾਊਂਗਾ ਜਾਂ ਮੈਂ ਹਾਂਜੀ 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 ਚਲੋ ਦੱਸੋ ਅੱਗੇ ਅੱਛਾ। ਇਸ ਲਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਜੋ ਇਹਨੇ ਸ਼ਬਦਾਵਲੀ ਵਰਤੀ ਉਹ ਅੱਛੀ ਸ਼ਬਦਾਵਲੀ ਨਹੀਂ ਹੈ, ਹਰ ਬੰਦੇ ਨੂੰ ਇਹ ਚੰਗੀ ਨਹੀਂ ਲੱਗਦੀ ਹੈ। ਅਤੇ ਮੇਰੀ ਅੱਜ ਵੀ ਉਹਨੂੰ ਅਪੀਲ ਹੀ ਕਰਾਂਗਾ ਅੱਜ ਤਾਂ ਕਿ ਭਾਈ ਜੇ ਰਾਜਨੀਤੀ ਕਰਨੀ ਹੈ ਤਾਂ ਰਾਜਨੀਤੀ ਵਾਲੇ ਗੁਣ ਬੰਦੇ 'ਚ ਹੋਣੇ ਚਾਹੀਦੇ। ਇਹਨੂੰ ਡਿਕਟੇਟਰਸ਼ਿਪ ਅਤੇ ਅਫਸਰਸ਼ਾਹੀ ਹੈ ਜਿਹੜੀ, ਉਹਨੂੰ ਨਾ ਬਣਾਓ, ਕਿਉਂਕਿ ਅਫਸਰਸ਼ਾਹੀ ਆਪਾਂ ਦੇਖ ਲਈ ਪਹਿਲਾਂ ਇੱਥੇ DGP ਗਿੱਲ ਸਾਹਿਬ ਖੜ੍ਹੇ, ਉਹਨਾਂ ਦੇ ਗਰਦਨ ਦੇ ਵਿੱਚੋਂ ਕੀਲਾ ਨਹੀਂ ਨਿਕਲਿਆ ਅਤੇ ਉਹ DGP ਹੁੰਦੇ ਆ ਇੱਥੋਂ ਬੁਰੀ ਤਰ੍ਹਾਂ ਹਾਰ ਗਏ। ਇੱਥੋਂ ਇੱਕ ਵਿਚਾਰਾ ਆਮ ਆਦਮੀ ਸਧਾਰਨ ਬੰਦਾ ਜਿਹਨੂੰ ਆਪਣਾ ਸਾਡੀ ਪਾਰਟੀ ਦੇ MP ਸਾਹਿਬ ਨੇ, ਉਹਨਾਂ ਨੇ ਉਹਨੂੰ ਹਰਾਤਾ। ਇਸ ਕਰਕੇ ਬੰਦੇ ਕਹਿ ਰਹੇ ਸੀ ਉਦੋਂ ਵੀ ਇਹ ਤੂੰਬੀ ਵਜਾਉਣ ਵਾਲਾ ਕੀ ਕਰੂਗਾ। ਅਤੇ ਇਹਨਾਂ ਨੇ ਉਹਨੂੰ ਜੋ ਸ਼ਬਦਾਵਲੀ ਵਰਤਦੇ, ਪ੍ਰਮਾਤਮਾ ਨੇ ਐਸੀ ਕਿਰਪਾ ਕਰੀ, ਉਹ ਤੂੰਬੀ ਵਜਾਉਣ ਵਾਲੇ ਦੀ ਉਹਨਾਂ ਲੋਕਾਂ ਨੂੰ ਖੁੱਡੇ ਲੈਣ ਲਾਤਾ। ਇਹਦੀਆਂ ਗਤੀਵਿਧੀਆਂ ਹਲਕੇ ਸਤਰਾਣੇ 'ਚ ਵੀ ਕੋਈ ਲੱਗਦਾ ਇਸ ਤਰ੍ਹਾਂ ਦੀ ਹੋ ਰਹੀਆਂ ਜਿਹੜੀਆਂ ਨਹੀਂ ਹੋਣੀ ਚਾਹੀਦੀਆਂ ਸੀ? ਉਹੀ ਮੈਂ ਬੇਨਤੀ ਕਰ ਰਿਹਾ ਨਾ ਜੀ, ਇਹ ਤਰੀਕਾ ਹੀ ਗਲਤ ਹੈ। ਪੋਲੀਟੀਕਲ ਬੰਦਿਆਂ ਵਾਲੀ ਜਿਹੜੀ ਹੈਗੀ ਉਹ ਅਡਾਪਟ ਕਰੇ ਅਤੇ ਅਸੀਂ ਇਹ ਧੰਨਵਾਦ ਕਰਾਂਗੇ। ਜਿਹੜਾ ਅਬਜ਼ਰਵਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਉਹ ਕਿੰਨਾ ਕੁ ਸਹੀ ਸਮਝਦੇ ਹੋ ਜਾਂ ਕਿਵੇਂ ਲੱਗਦਾ ਤੁਹਾਨੂੰ, ਉਹ ਨੀਤੀ ਸਹੀ ਹੈ ਪਾਰਟੀ? ਦੇਖੋ ਜੀ, ਰਿਜ਼ਰਵਰ ਸਾਹਿਬ ਨੂੰ ਪਾਰਟੀ ਨੇ ਇੱਥੇ ਰਿਜ਼ਰਵਰ ਬਣਾ ਕੇ ਲਾਇਆ। ਮੈਂ ਉਹਨਾਂ ਨੂੰ ਇੱਕ ਦਿਨ ਮਿਲਿਆ ਸੀ, ਇਕੱਲਾ ਮਿਲਿਆ ਸੀ। ਮੈਂ ਕਿਹਾ ਮੈਨੂੰ ਇਹ ਤਰੀਕਾ ਵਧੀਆ ਨਹੀਂ ਲੱਗ ਰਿਹਾ। ਰਿਜ਼ਰਵਰ ਪਹਿਲਾਂ ਵੀ ਆਏ, ਅੱਗੋਂ ਵੀ ਆਉਣਗੇ, ਤੁਸੀਂ ਵੀ ਆਏ ਹੋਏ ਹੋ, ਪਰ ਜਿਹੜਾ ਤਰੀਕਾ ਇਹ ਅੱਛਾ ਨਹੀਂ ਹੈ। ਤੁਹਾਡਾ ਫਰਜ਼ ਹੈਗਾ, ਆਓ ਤੁਸੀਂ ਗੱਲ ਸੁਣੋ, ਗੱਲ ਸੁਣ ਕੇ ਜਿਹੜੀ ਰਿਪੋਰਟ ਦੇਣੀ ਹੈ ਦੇ ਦਿਓ। ਹਰ ਬੰਦੇ ਦੀ ਗੱਲ ਆਪਾਂ ਸੁਣ ਕੇ ਉਹਦਾ ਕੋਈ ਸਿੱਟਾ ਕੱਢੀਏ, ਨਾ ਕਿ ਆਪਾਂ ਇਹਦੀ ਸੁਣ ਲਈ, ਅਗਲੇ ਕੱਲ੍ਹ ਦੂਜੇ ਸੁਣ ਲਈ, ਪਰ ਚੌਥੇ ਨੇ ਸੁਣ ਲਈ, ਉਹਦਾ ਰਿਜ਼ਲਟ ਕੋਈ ਨਹੀਂ ਨਿਕਲ ਰਿਹਾ। ਉਹ ਬੰਦਾ ਇਹ ਸਮਝਦਾ ਕਿ ਮੇਰੀ ਰਿਜ਼ਰਵਰ ਸਾਹਿਬ ਨੇ ਗੱਲ ਸੁਣ ਲਈ ਅਤੇ ਪਤਾ ਨਹੀਂ ਹੁਣ ਮੈਂ ਕੀ ਕਰ ਦੂੰਗਾ। ਮੈਂ ਦੱਸਦਾ ਜੀ ਸਾਹਿਬ। ਸਰ ਰਿਜ਼ਰਵਰ ਸਾਹਿਬ ਦਾ ਜਿਹੜਾ ਤਰੀਕਾ ਹੈ ਉਹ ਬਿਲਕੁਲ ਗਲਤ ਹੈ। ਨਹੀਂ ਉਹ ਗਲਤ ਨਹੀਂ ਮੈਂ ਕਹਿੰਦਾ, ਗਲਤ ਨਹੀਂ, ਆਪਣੀ ਆਪਣੀ ਸੋਚ ਹੈ। ਤਾਂ ਉਹ ਉਹਨਾਂ ਦੀ ਸੋਚ ਦੇ ਮੁਤਾਬਕ ਜੋ ਕਰਦੇ ਮੈਂ ਇਹਦੇ 'ਚ ਐਡ ਕਰਨਾ ਚਾਹੁੰਦਾ। ਇੱਕ ਸਵਾਲ ਜੀ, ਤੁਸੀਂ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ? ਜਿਵੇਂ ਇਹਨਾਂ ਨੇ ਸ਼ਿਕਾਇਤ ਕਰੀ ਹੈ, ਕੀ ਕਾਰਵਾਈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਜਿਹੜੀ ਸ਼ਿਕਾਇਤ ਕੀਤੀ ਇਹਨਾਂ ਨੇ? ਦੇਖੋ, ਇਹ ਸ਼ਿਕਾਇਤ ਜਿਹੜੀ ਇਹਨਾਂ ਨੇ ਕੀਤੀ, ਨਾਲ ਤੁਸੀਂ ਵੀ ਸਹਿਮਤ ਹੋ? ਮੈਂ 101% ਸਹਿਮਤ ਹਾਂ, 101% ਸਹਿਮਤ। ਮੈਂ ਇਹਦੇ ਗੱਲ ਦੇ ਵਿੱਚ ਐਡ ਕਰਦਾ ਕਿ ਜਦੋਂ
ਤੁਸੀਂ ਵੀ ਕੱਲ ਸਵਾਲ ਕੀਤਾ ਸੀਗਾ ਕਿ ਵੀ ਇਹ ਹਲਕਾ ਇੰਚਾਰਜ ਨੇ, ਤੇ ਤੁਹਾਨੂੰ ਵੀ ਸਾਰੀ ਪ੍ਰੈਸ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਵੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਿੱਥੇ ਮੌਜੂਦਾ ਐਮਐਲਏ ਨੇ ਉੱਥੇ ਕੋਈ ਹਲਕਾ ਇੰਚਾਰਜ ਨਹੀਂ ਹੋ ਸਕਦਾ। ਪਰ ਤੁਸੀਂ ਸਵਾਲ ਕੀਤਾ, ਵਧੀਆ ਕੀਤਾ, ਤੇ ਤੁਸੀਂ ਉਹਨਾਂ ਨੂੰ ਵੀ ਜਾ ਕੇ ਕੀਤਾ, ਉਹ ਵੀ ਬਹੁਤ ਵਧੀਆ ਗੱਲ ਸੀ। ਗੱਲ ਉਸ ਦੇ ਦਿਮਾਗ ਦੇ ਵਿੱਚ, ਜਿਵੇਂ ਐਮਐਲਏ ਸਾਹਿਬ ਨੇ ਕਿਹਾ ਡਿਕਟੇਟਰਸ਼ਿਪ ਹੈ ਉਹਦੇ ਦਿਮਾਗ ਦੇ ਵਿੱਚ, ਉਹ ਤਾਂ ਇਹ ਕਹਿ ਰਿਹਾ ਕਿ ਵੀ ਟਿਕਟ ਮੇਰੀ ਜੇਬ 'ਚ ਹੈ, ਮੈਨੂੰ ਜਿੱਤਣਾ ਆਉਂਦਾ ਹੈ, ਮੈਂ ਤਾਂ ਜਿੱਤਿਆ ਹੋਇਆ। 19 ਤਰੀਕ ਨੂੰ ਐਮਐਲਏ ਸਾਹਿਬ ਮੈਨੂੰ ਕਾਂਗਰਸ ਭਵਨ ਦੇ ਵਿੱਚੋਂ ਮਿਲੇ। ਮੈਨੂੰ ਕਿਸੇ ਨੇ ਕਿਹਾ, ਮੈਨੂੰ ਨਹੀਂ ਸਿਆਸਤ ਕਰਨੀ ਆਉਂਦੀ ਜਿਵੇਂ ਗੱਲਾਂ ਹੁੰਦੀਆਂ ਨੇ, ਕਿ ਮੈਨੂੰ ਕਿਸੇ ਨੇ ਕਿਹਾ ਵੀ ਇਹਨੇ ਦਿੜਵੇ ਵਾਸਤੇ ਅਪਲਾਈ ਕੀਤਾ। ਉਹ ਜਦੋਂ ਪੌੜੀਆਂ ਉਤਰ ਕੇ ਆ ਰਹੇ ਸੀ, ਮੈਂ ਕਿਹਾ ਵੀ ਤੁਸੀਂ ਦਿੜਵੇ ਵਾਸਤੇ ਕਿਉਂ ਅਪਲਾਈ ਕਰ ਰਹੇ ਹੋ ਦਰਬਾਰਾ ਸਿੰਘ ਜੀ? ਕਹਿੰਦਾ ਮੈਂ ਦਿੜਵੇ ਵਾਸਤੇ ਕਿਉਂ ਕਰਾਂ, ਮੈਂ ਇੱਥੇ ਤਾਂ ਮੈਂ ਜਿੱਤਿਆ ਹੋਇਆ, ਟਿਕਟ ਮੇਰੀ ਜੇਬ 'ਚ ਹੈ। ਉਹ ਕਹਿ ਮੈਨੂੰ ਰਿਹਾ। ਇਸ ਤੋਂ ਇਲਾਵਾ ਜਿਹੜੀਆਂ ਉਹ ਗੱਲਾਂ ਨੇ ਉਸ ਦਾ ਇਹ ਡਿਕਟੇਟਰਸ਼ਿਪ ਸਟਾਈਲ ਹੈ ਜਿਹੜਾ, ਜਿਵੇਂ ਤੁਸੀਂ ਪੁੱਛਦੇ ਹੋ, ਉਹਦਾ ਸਟਾਈਲ ਇਹੀ ਹੈ ਕਿ ਵੀ ਹਾਂ ਵੀ ਮੈਂ ਤਾਂ ਇਹ ਐਮਐਲਏ ਬਣ ਗਿਆ, ਮੈਨੂੰ ਟਿਕਟ ਮਿਲ ਗਈ। ਪਰ ਜਿਸ ਦਿਨ ਐਮਐਲਏ ਸਾਹਿਬ, ਮੈਂ ਸਾਰੀ ਪ੍ਰੈਸ ਨੂੰ ਦੱਸਣਾ ਚਾਹੁੰਦਾ, ਉੱਥੇ ਵੀ ਮੈਂ ਦੱਸਿਆ, ਸਾਡੇ ਅਬਜ਼ਰਵਰ ਸਾਹਿਬ ਨੂੰ ਵੀ ਦੱਸਿਆ ਕਿ ਜਦੋਂ ਹਰਸ਼ਵਰਧਨ ਜੀ ਇੱਥੇ ਆਈ ਸੀ, ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਹਾਡੇ ਐਮਐਲਏ ਸਾਹਿਬ ਬਾਰੇ ਦੱਸੋ, ਤੁਹਾਡੇ ਕੀ ਵਿਚਾਰ ਨੇ। ਉਹ ਔਨ ਰਿਕਾਰਡ ਹੋਣਗੇ, ਕਿਸੇ ਨੂੰ ਪੁੱਛ ਲਿਓ। ਮੈਂ ਇਹ ਕਹਿ ਕੇ ਆਇਆ ਸੀ, ਮੈਂ ਕਿਹਾ ਨਿਹਾਇਤ ਸ਼ਰੀਫ ਬੰਦੇ ਨੇ, ਜਿਹੜੇ ਉਹਨਾਂ ਦੇ ਬਾਰੇ ਕੋਈ ਬੰਦਾ ਬੋਲਦਾ ਹੈ ਤਾਂ ਜਿਹੜੇ ਉਹਨਾਂ ਦੇ ਪਿੱਛੇ ਅੱਜ ਦਰਬਾਰਾ ਸਿੰਘ ਦੇ ਨਾਲ ਕੋਟਰੀ ਲੱਗੀ ਹੋਈ ਹੈ, ਜਿਹੜੇ ਉਹ ਗੈਂਗ ਲੱਗਿਆ ਹੋਇਆ, ਉਸੇ ਗੈਂਗ ਨੇ ਇਹਨਾਂ ਦੇ ਕੱਪੜਿਆਂ ਦੇ ਛਿੱਟੇ ਪਏ ਰਹੇ ਨੇ। ਮੈਂ ਇਹ ਸ਼ਰੇਆਮ ਇਹ ਗੱਲ ਕਹਿਣੀ ਚਾਹੁੰਦਾ। ਅੱਜ ਉਹਨਾਂ ਦੇ ਮੈਨੂੰ ਵਾਰ-ਵਾਰ ਫੋਨ ਆਏ ਨੇ। ਮੈਂ ਕਿਹਾ ਅੱਜ ਤਾਂ ਮੈਂ ਇਹੀ ਇਕੱਲਾ ਹੀ ਦੱਸਿਆ ਕਿ ਫਲਾਣਾ, ਅੱਗੇ ਨੂੰ ਮੈਂ ਤੁਹਾਡੇ ਨਾਂ ਵੀ ਲਾਵਾਂਗਾ। ਸਾਡੇ ਪੰਜਾਬ ਦੇ ਪ੍ਰਧਾਨ, ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਨੇ, ਕੈਪਟਨ ਆਪਣੇ ਜਿਹੜੇ ਨੇ ਤੁਹਾਡੇ ਚੰਨੀ ਸਾਹਿਬ ਨੇ, ਹਰਸ਼ਵਰਧਨ ਜੀ ਨੇ ਇਹੀ ਗੱਲ ਕਹੀ ਹੈ ਕਿ ਜਿਹੜਾ ਮਾਫੀਆ ਹੈ, ਚਾਹੇ ਕਿਸੇ ਕਿਸਮ ਦਾ ਮਾਫੀਆ ਹੈ, ਉਸ ਨੂੰ ਅਸੀਂ ਮਾਫੀਆ ਨੂੰ ਖਤਮ ਕਰਾਂਗੇ। ਜਿੱਥੋਂ ਤੱਕ ਟਿਕਟ ਦੀ ਗੱਲ ਹੈ, ਮੈਂ ਕੱਲ ਵੀ ਕਹਿ ਚੁੱਕਿਆ, ਐਮਐਲਏ ਸਾਹਿਬ, ਮੈਂ ਕੱਲ ਵੀ ਕਹਿ ਚੁੱਕਿਆ, ਜੇ ਨਿਰਮਲ ਸਿੰਘ ਜੀ ਨੂੰ ਟਿਕਟ ਮਿਲਦੀ ਹੈ, ਸਭ ਤੋਂ ਪਹਿਲਾਂ ਝੰਡਾ ਚੱਕ ਕੇ ਮੈਂ ਚੱਲੂੰਗਾ। ਸਾਨੂੰ ਅੱਜ ਦੀ ਦਿਹਾੜੀ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਖੜਨਾ ਹੈ। ਜਿਹਦੀ ਟਿਕਟ ਮਿਲੇਗੀ, ਜਿਹਨੂੰ ਵੀ ਟਿਕਟ ਮਿਲੇਗੀ, ਅਸੀਂ ਨਾਲ ਚੱਲਾਂਗੇ। ਪਰ ਜਿਹੜਾ ਕੋਈ ਬੰਦਾ ਇਹ ਕਹੇਗਾ ਕਿ ਟਿਕਟ ਮੇਰੀ ਜੇਬ 'ਚ ਹੈ, ਉਹਨੂੰ ਅਸੀਂ ਚੈਲੰਜ ਕਰਦੇ ਹਾਂ, ਉਸ ਨੂੰ ਅਸੀਂ ਵਿਧਾਨ ਸਭਾ ਦੀ ਪੌੜੀਆਂ ਨਹੀਂ ਚੜ੍ਹਨ ਦੇਵਾਂਗੇ। ਕਿਉਂਕਿ ਐਮਐਲਏ ਸਾਹਿਬ, ਬਿਲਕੁਲ ਜੇਕਰ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ, ਫਿਰ ਤੁਹਾਡਾ ਕੀ? ਫਿਰ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਅਸੀਂ ਕੀ ਕਰਾਂਗੇ। ਮੈਂ ਕਹਿ ਹੀ ਰਿਹਾ ਵੀ ਅਸੀਂ ਵਿਧਾਨ ਸਭਾ ਦੀ ਪੌੜੀ ਨਹੀਂ ਚੜ੍ਹਨ ਦੇਵਾਂਗੇ। ਯਾਦ ਲੜੋਗੇ ਜਾਂ ਕੀ ਹੋਊਗਾ? ਫਿਰ ਉਹੀ ਗੱਲ, ਤੁਸੀਂ ਮੈਨੂੰ ਕੱਲ ਇਹੀ ਸਵਾਲ ਕੀਤਾ ਸੀ, ਜਿਹੜਾ ਕੁਛ ਅਸੀਂ ਸਾਰਾ ਕੁਛ ਕੀਤਾ, ਮੈਂ 25 ਸਾਲ ਤਹਿਸੀਲਦਾਰੀ ਕੀਤੀ ਹੈ। ਜਿਵੇਂ ਐਮਐਲਏ ਸਾਹਿਬ ਨੇ ਕਿਹਾ, ਜੇ ਮੈਂ ਇੱਥੇ ਕੋਈ ਕੰਮ ਗਲਤ ਫਲਤ ਕੀਤੇ ਹੁੰਦੇ ਤਾਂ ਮੈਂ ਇੱਥੇ ਆ ਕੇ ਸਿਆਸਤ ਨਾ ਕਰਦਾ, ਇੱਥੇ ਆ ਕੇ ਇਹ ਨਾ ਕਰਦਾ ਵੀ ਮੈਂ ਇੱਥੇ ਐਮਐਲਏ ਲੜਨਾ ਹੈ। ਲੋਕਾਂ ਨੂੰ ਇਹ ਖੜਾ ਕਰ ਦਿੰਦੇ ਸਾਡੇ ਉਸ 'ਤੇ। ਜਿਹੜੀ ਸਵਾਲ ਤੁਸੀਂ ਭੁਪਿੰਦਰ ਜੀ ਇਹ ਗੱਲ ਕਰ ਰਹੇ ਹੋ ਕਿ ਵੀ ਕੀ ਜੇ ਉਸ ਨੂੰ ਟਿਕਟ ਮਿਲ ਗਈ ਫਿਰ ਤਾਂ ਅਸੀਂ ਰਹਿ ਗਏ, ਫਿਰ ਟਿਕਟ ਮਿਲ ਗਈ। ਐਡਾ ਵੱਡਾ ਉਸਨੇ ਸਕੈਂਡਲ ਕੀਤਾ ਹੈ, ਐਡਾ ਵੱਡਾ ਐਮਐਲਏ ਸਾਹਿਬ, ਉਸਨੇ ਕਾਂਗਰਸ ਪਾਰਟੀ ਨੂੰ ਚੀਟ ਕੀਤਾ ਹੈ। ਅੱਜ ਦੀ ਤਰੀਕ ਦੇ ਵਿੱਚ ਵੀ ਉਹ ਸਰਵਿਸ ਦੇ ਵਿੱਚ ਹੈ। ਮੈਂ ਇਹ ਕਲੀਅਰ ਕਰਕੇ ਕਰਨੀ ਚਾਹੁੰਦਾ। ਕੁਛ ਪੱਤਰਕਾਰ ਸਾਹਿਬ ਕੁਛ ਨਹੀਂ ਕੱਲ੍ਹ ਆਈ ਸੀ, ਜਦੋਂ ਕੋਈ ਬੰਦੇ ਨੇ ਰਿਟਾਇਰਮੈਂਟ ਲੈਣੀ ਹੁੰਦੀ ਹੈ, ਉਹਨੇ ਨੋਟਿਸ ਦੇਣਾ ਪੈਂਦਾ ਹੈ। ਦੋ ਗੱਲਾਂ ਨੇ, ਜਾਂ ਤਾਂ ਉਹ ਕਹਿੰਦਾ ਵੀ ਮੇਰੀ 3 ਮਹੀਨੇ ਦੀ ਤਨਖਾਹ ਚੱਕੋ, ਮੈਂ ਅੱਜ ਤੋਂ ਹੀ ਰਿਟਾਇਰਮੈਂਟ ਹੈ ਮੇਰੀ, ਜਾਂ ਤੀਜੀ ਗੱਲ ਹੈ 3 ਮਹੀਨੇ ਤੋਂ ਬਾਅਦ ਮੇਰੀ ਰਿਟਾਇਰਮੈਂਟ ਹੈ। ਇਸ ਨੇ ਲਿਖ ਕੇ ਦਿੱਤਾ 15/11/2021 ਨੂੰ ਕਿ ਮੈਂ ਸਿਆਸਤ ਦੇ ਵਿੱਚ ਜਾ ਰਿਹਾ, ਮੈਨੂੰ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਜਾਵੇ ਅਤੇ ਮੈਨੂੰ ਰਿਟਾਇਰ ਕੀਤਾ ਜਾਵੇ। ਉੱਥੋਂ ਇਹਨੂੰ ਜਵਾਬ ਇਹ ਆ ਗਿਆ ਕਿ ਤੈਨੂੰ ਸਿਆਸਤ ਦੇ ਵਿੱਚ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਤੂੰ ਇਹ ਦੱਸ ਅਤੇ ਕਿਹੜੀ ਤਰੀਕ ਤੋਂ ਰਿਟਾਇਰ ਹੋਣਾ। ਉਸ ਤੋਂ ਬਾਅਦ ਇਹ ਚੁੱਪ ਹੈ ਐਮਐਲਏ ਸਾਹਿਬ, ਉਸ ਤੋਂ ਬਾਅਦ ਇਹ ਚੁੱਪ ਹੈ। ਇਹ ਚਾਹ ਰਿਹਾ ਕਿ ਲੋਕਾਂ ਨੂੰ ਤਾਂ ਗੁੰਮਰਾਹ ਕਰਾਂਗੇ, ਪਾਰਟੀ ਨੂੰ ਗੁੰਮਰਾਹ ਵੀ ਕਰ ਰਹੇ ਹਾਂ। ਜੇ ਮੰਨ ਲਓ ਟਿਕਟ ਦੇ ਦਿੰਦੇ ਪਾਰਟੀ ਨੂੰ ਜੀ, ਫਿਰ ਤੁਹਾਡਾ ਸਟੈਂਡ ਕੀ ਪਾਰਟੀ ਦੇ ਖਿਲਾਫ ਹੋਊਗਾ? ਪਾਰਟੀ ਦੇ ਖਿਲਾਫ ਬਗਾਵਤ ਕਰੋਗੇ ਤੁਸੀਂ? ਫਿਰ ਤਾਂ ਜੇ ਤਾਂ ਕੁਆਰੀ ਹੈ, ਜੇ ਜੂ ਦੀ ਗੱਲ ਨਾ ਕਰੋ, ਪਹਿਲਾਂ ਹੀ ਅਸੀਂ ਲਵੇਟ ਦੇਣਾ ਹੈ। ਦਰਸ਼ਨ ਸਿੰਘ ਜੀ, ਜੇ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਤਾਂ ਵਿਧਾਇਕ ਸ਼ੁਤਰਾਣਾ ਤੁਹਾਡੇ ਨਾਲ ਖੜਨਗੇ? ਬਿਲਕੁਲ, ਦੇਖੋ ਡਟ ਕੇ ਖੜਾਗਾ। ਕੋਈ ਇਹ ਬੰਦਾ ਆਪ ਬੈਠਾ, ਹਾਲਾਂਕਿ ਮੇਰਾ ਅਜੀਜ਼ ਹੈ, ਮੇਰੇ ਨਾਲ ਕੰਮ ਕਰਿਆ ਇਹਨੇ, ਮੇਰੇ ਵਾਸਤੇ ਤਾਂ ਮੇਰਾ ਬੱਚਾ ਹੀ ਹੈ। ਇਹਨੂੰ ਟਿਕਟ ਮਿਲ ਜਾਏ ਜਾਂ ਕੋਈ ਦਵਾ ਦੇਵੇ,
ਮੈਨੂੰ ਹਾਲੇ ਖੁਸ਼ੀ ਹੋਏਗੀ ਵੀ ਕਿ ਗਰੀਬ ਆਦਮੀ ਨੂੰ ਮੇਰੇ ਵਰਗੇ ਨੂੰ ਟਿਕਟ ਤਾਂ ਮਿਲੀ ਹੈ। ਲੱਗਦਾ ਤੁਹਾਡਾ ਇਸ਼ਾਰਾ ਨਾਰ ਸਿੰਘ ਵੱਲ ਲਈ ਜ਼ਿਆਦਾ ਆਇਆ, ਦਰਸ਼ਨ ਸਿੰਘ ਵੱਲ ਨਹੀਂ ਗਿਆ। ਦਰਸ਼ਨ ਸਿੰਘਾਂ ਦੇ ਹਾਲ ਹੈ ਤੁਸੀਂ ਨਾ ਇਸ ਗੱਲ ਨੂੰ ਘਮਾਓ ਨਾ। ਤੁਹਾਨੂੰ ਤਾਂ ਕੋਈ ਰੋਟੀ ਤੁਸੀਂ ਇਸ ਗੱਲ ਨੂੰ ਵਿੱਚੋਂ ਨਹੀਂ, ਉਹਨੇ ਕੁਝ ਨਹੀਂ ਨਿਕਲਣਾ ਇਸ ਗੱਲ ਤੋਂ। ਅਸੀਂ ਤੁਹਾਨੂੰ ਸਾਫ਼ ਕਹਿ ਰਹੇ ਹਾਂ, ਸਾਡੀ ਸਾਰੀ ਕਾਂਗਰਸ ਇੱਥੇ ਦੀ, ਸਾਡੀ ਸਾਰੀ ਕਾਂਗਰਸ, ਸਾਰੇ ਜਿੰਨੇ ਵੀ ਵਰਕਰ ਹੈ ਇੱਕ ਮੁੱਠ ਹੈ, ਸਿਰਫ ਦਰਬਾਰਾ ਸਿੰਘ ਦੇ ਖਿਲਾਫ ਹੈ। ਇਹ ਕਾਂਗਰਸ ਪਾਰਟੀ ਨੂੰ ਅਸੀਂ ਸੁਨੇਹਾ ਦੇ ਰਹੇ ਇਹੀ ਤਾਂ ਅਸੀਂ ਕਲੀਅਰ ਚਾਹੁੰਦੇ ਆ ਵੀ ਜੇ ਦਰਬਾਰਾ ਸਿੰਘ ਨੂੰ ਟਿਕਟ ਮਿਲ ਜਾਂਦੀ ਹੈ ਫਿਰ ਤੁਸੀਂ ਕੀ ਕਹੋਗੇ? ਅਸੀਂ ਉਹਨੂੰ ਟਿਕਟ ਨਹੀਂ ਲੈਣ ਦੇਣੀ, ਬਸ ਇਹ ਲੈ ਨਹੀਂ ਅਸੀਂ ਘਰ ਬਹਿ ਜਾਾਂਗੇ। ਦੇਖੋ ਜੀ ਕੈਸੇ ਲੈ ਲੈਣਗੇ ਜੀ, ਮਾਫ ਕਰਨਾ ਮੈਂ ਸਟਾਰ ਸਾਹਿਬ ਦੀ ਗੱਲ ਕੱਟ ਰਿਹਾ, ਕਿਵੇਂ ਲੈ ਲੈਣਗੇ ਟਿਕਟ ਜੀ? ਕੋਈ ਬਾਪ ਡਾਂਡਾ ਅਪਣਾਇਆ ਜਾਂਦਾ ਹੈ। ਜਦੋਂ ਮੈਂ ਕਾਂਗਰਸ ਦੀ ਟਿਕਟ ਅਕਾਲੀ ਦਲ ਦੀ ਪਹਿਲੀ ਵਾਰ ਟਿਕਟ ਲਈ ਸੀ ਨਾ, ਉਦੋਂ ਸਾਡੇ ਇੱਥੇ ਬੜੇ ਕੈਂਡੀਡੇਟ ਸੀ। ਮੈਂ ਕਿਹਾ ਵੀ ਕੋਈ ਬਾਪ ਡਾਂਡਾ ਤਾਂ ਰੱਖ ਲਓ ਵੀ ਕਿਹੜੇ ਬੰਦੇ ਨੂੰ ਟਿਕਟ ਦੇਣੀ ਹੈ। ਇੱਕ ਪਾਸੇ ਸਵਰਗੀ ਸਰਦਾਰ ਸੀਗੇ ਆਪਣਾ, ਗੁਰਦੇਵ ਸਿੰਘ ਸਿੱਧੂ, ਨਹੀਂ ਜੀ ਨਹੀਂ ਜੀ, ਉਹ ਸੀਗੇ ਚੇਅਰਮੈਨ ਸਾਹਿਬ, ਹਾਂਜੀ ਰਿਆਊ ਸਾਹਿਬ। ਤੇ ਇੱਕ ਪਾਸੇ ਸੀਗੇ ਆਪਣਾ ਬਡੂੰਗਰ ਸਾਹਿਬ ਸੀ ਉਦੋਂ, ਜਾਂ ਫਿਰ ਦਲਾਲ ਬਡੂੰਗਰ ਸਾਹਿਬ ਤੇ ਲਾਲਵਾ। ਚਲੋ ਮੇਰੀ ਕੌਣ ਮਤ ਕਰਦਾ ਸੀ ਕੌਣ ਨਹੀਂ। ਟਿਕਟ ਦੇ ਦੇਣ ਵਾਲੇ ਦੇ ਬਾਹਰ ਬੈਠੇ ਸੀ, 12 ਸਾਲ ਦਾ ਉਹਨਾਂ ਦੇ ਆਪਣਾ ਬਾਦਲ ਸਾਹਿਬ ਦੱਸਦੇ ਹੋ ਸੀਨੀਅਰ ਬੰਦੇ ਹੋ। ਮੈਂ ਚਲੋ ਇਹ ਤਾਂ ਤੁਸੀਂ ਮੰਨ ਕੇ ਵੀ ਸੀਨੀਅਰ ਬੰਦਾ ਮੈਂ ਕਿਹਾ ਇੱਕ ਤਾਂ ਦੇਖ ਲਓ ਅਕਾਲੀ ਦਲ ਤਾਂ ਜੇਲ੍ਹ ਕਿੰਨੀ ਜਾਂਦੀ ਹੈ, ਇਹ ਬੰਦੇ ਦੀ ਜੇਲ੍ਹ ਕਿੰਨੀ ਹੈ। ਮੈਂ ਕਿਹਾ ਜੇਲ੍ਹ ਗਿਣ ਲਓ ਵੀ ਕਿਹੜੇ ਬੰਦੇ ਦੀ ਕਿੰਨੀ ਹੈ, ਪਾਰਟੀ ਲਈ ਤੇ ਪੰਜਾਬ ਲਈ। ਮੈਂ ਕਿਹਾ ਦੂਜੀ ਇਹ ਗਿਣ ਲਓ ਤੇ ਜੇਲ੍ਹ, ਪਰੰਤੂ ਆਪਾਂ ਅੱਗੋਂ ਜਿਹਨੂੰ ਟਿਕਟ ਮਿਲਣੀ ਹੈ ਕੀ ਆਪਾਂ ਉਸ ਬੰਦੇ ਦੇ ਨਾਲ ਖੜਨਾ? ਅੱਜ ਇੱਥੇ ਆਪਾਂ ਬੈਠੇ ਆ ਨਾ ਬਾਹਰ, ਇਹਨੂੰ ਐਵੇਂ ਐਵੇਂ ਬਾਦਲ ਦਾ ਗੇੜ ਨਾ ਸਮਝੋ, ਇਹ ਰੱਬ ਰੂਪੀ ਦਰਬਾਰ ਆ ਇੱਕ ਹਿਸਾਬ ਦਾ, ਆਪਾਂ ਰੱਬ ਨੂੰ ਜਾਨ ਦੇਣੀ ਹੈ। ਕਹਿੰਦੇ ਤੁਸੀਂ ਦੱਸੋ, ਮੈਂ ਕਿਹਾ ਵੀ ਇਹਨੂੰ ਮੈਂ ਰੱਬ ਦਾ ਦਰਬਾਰ ਸਮਝ ਕੇ ਇਹ ਤੁਹਾਨੂੰ ਕਹਿਣਾ ਚਾਹੁੰਦਾ ਵੀ ਇੱਕ ਬੰਦੇ ਨੂੰ ਛੱਡ ਕੇ ਮੈਂ ਸਾਫ਼ ਕਿਹਾ ਸੀ, ਜਿਵੇਂ ਤੁਸੀਂ ਸਪਸ਼ਟ ਕਰਨਾ ਚਾਹੁੰਦੇ ਹੋ। ਮੈਂ ਕਿਹਾ ਵੀ ਜਿਹੜੇ ਬੰਦੇ ਜੀ ਅੱਜ ਤੱਕ ਅਕਾਲੀ ਦਲ ਨੂੰ ਕੋਈ ਦੇਣਾ ਹੀ ਨਹੀਂ ਹੈ, ਉਹਦੀ ਨਾ ਕੋਈ ਜੇਲ੍ਹ ਹੈ, ਨਾ ਕੋਈ ਇਹਦਾ ਕੋਈ ਹੋਰ ਪਾਰਟੀ ਨੂੰ ਕੋਈ ਲੈਣਾ ਦੇਣਾ ਹੈ, ਉਸ ਬੰਦੇ ਨੂੰ ਛੱਡ ਕੇ ਬਾਕੀ ਜਿਹਨੂੰ ਮਰਜ਼ੀ ਟਿਕਟ ਮਿਲਦੀ ਹੈ ਮੈਂ ਮੂਹਰੇ ਰੱਖ ਕੇ ਚੱਲ। ਕਹਿੰਦੇ ਕਿਹੜਾ ਬੰਦਾ ਉਹ ਡਾਕਟਰ ਉਹ ਵਿਚਾਰਾ ਗੁਜ਼ਰ ਗਿਆ, ਉਹ ਸਿਕੰਦਰ ਸਿੰਘ, ਉਹਦੀ ਮਦਦ ਕਰਦੇ ਸੀਗੇ ਸਰਦਾਰ ਫੜਿਆਊ ਸਾਹਿਬ। ਫੜਿਆਊ ਸਾਹਿਬ ਕਹਿੰਦਾ ਇਹਨੂੰ ਕੋਈ ਕੀੜੇ ਪਏ ਨੇ, ਮੈਂ ਕਿਹਾ ਕੋਈ ਕੀੜੇ ਨਹੀਂ ਪਏ, ਮੇਰੇ ਨਾਲੋਂ ਚੰਗਾ। ਪਰ ਇਹਦੀ ਬਾਤ ਤੁਸੀਂ ਰਿਆਊ ਸਾਹਿਬ ਤੁਸੀਂ ਉਹ ਦੱਸ ਦਿਓ ਵੀ ਅਕਾਲੀ ਦਲ ਨੂੰ ਇਹਦੀ ਕੀ ਦੇਣਾ ਹੈ। ਚਲੋ ਬਾਤ ਤੁਸੀਂ ਇੱਕ ਗੱਲ ਦੱਸ ਦਿਓ। ਮੈਂ ਕਿਹਾ ਚਲੋ ਮੈਂ ਤਾਂ ਕਹਿ ਸਕਦਾ ਮੇਰੀ 2.5-3 ਸਾਲ ਕੈਦ ਵੀ ਹੈ ਅਤੇ ਹੋਰ ਵੀ ਸਿਸਟਮ ਹੈਗੇ ਜੋ ਪਾਰਟੀ ਨੂੰ ਚਾਹੀਦੇ ਨੇ, ਠੀਕ ਹੈ ਜੀ। ਮੈਂ ਕਿਹਾ ਇਹ ਆ ਜੇਈ ਬਾਰੇ ਦੱਸਦੇ, ਚੁੱਪ। ਮੈਂ ਕਿਹਾ ਜੇਈ ਵੀ ਤੇਰਾ ਹੀ ਬੰਦਾ ਹੈ, ਜੇਈ ਜਾਣੋ ਜੀ ਆਪਾਂ ਕੰਪਰੋਮਾਈਜ਼ ਕਰ ਲਈਏ। ਕੋਈ ਜਵਾਬ ਨਹੀਂ ਸੀ। ਮੈਂ ਕਿਹਾ ਆਪਾਂ ਕੋਈ ਤਰੀਕਾ ਅਪਣਾਈਏ, ਐਵੇਂ ਨਾ ਕਿਸੇ ਨੂੰ ਲਿਆ ਕੇ ਫੜ ਕੇ ਕਹੀ ਵੀ ਇਹਨੂੰ ਟਿਕਟ ਦੇ ਦੇ। ਤੁਹਾਡੇ ਮੁਤਾਬਕ ਜਿਹੜੀ ਕਾਂਗਰਸ ਪਾਰਟੀ ਹੈ ਉਹਨੂੰ ਕੋਈ ਮਾਪਦੰਡ ਰੱਖਣਾ ਚਾਹੀਦਾ? ਨਹੀਂ ਹੈਗੇ ਨੇ, ਆਲਰੇਡੀ ਮਾਪਦੰਡ ਹੈਗੇ ਨੇ, ਐ ਨਹੀਂ ਗੱਲ। ਸਕਰੀਨਿੰਗ ਕਮੇਟੀ ਬਣੀ ਵੀ ਹੈ ਪਹਿਲਾਂ ਇੱਥੇ, ਜਿਵੇਂ ਹੁਣ ਤੁਸੀਂ ਅਬਜ਼ਰਵਰ ਸਾਹਿਬ ਦੀ ਗੱਲ ਕੀਤੀ ਸੀ, ਅਬਜ਼ਰਵਰ ਸਾਹਿਬ ਲੋਕਾਂ ਨੂੰ ਮਿਲ ਰਹੇ ਨੇ, ਲੋਕਾਂ ਦੇ ਵਿੱਚੋਂ CID ਲੈ ਰਹੇ ਨੇ, ਤੁਹਾਨੂੰ ਵੀ ਮਿਲ ਰਹੇ ਨੇ, ਹਰ ਥਾਂ 'ਤੇ ਉਹ ਜਾਂਦੇ ਨੇ। ਉਹ ਇਸੇ ਕਰਕੇ ਪਹਿਲਾਂ ਹੋਏ ਇਸੇ ਕਰਕੇ ਸੀ ਨਾ, ਉੱਥੇ ਦਿੱਲੀ ਹੁੰਦੀ ਸੀਗੀ, ਜਾਣਾ ਪੈਂਦਾ ਸੀ, MLA ਸਾਹਿਬ ਨੂੰ ਪਤਾ ਹੈ ਜੀ। ਅਤੇ ਉਹਨਾਂ ਨੇ ਜੋ ਵੀ ਹੁਣ ਇੱਥੋਂ ਕੁਛ ਕੀਤਾ ਹੈ, ਇੱਥੇ ਇਹਨਾਂ ਨੂੰ ਮਿਲੇ ਨੇ, ਲੋਕਾਂ ਨੂੰ ਮਿਲੇ ਨੇ, CID ਦੇ ਤੌਰ 'ਤੇ ਜਾ ਰਹੇ ਨੇ, ਇੱਥੇ ਟੀਮਾਂ ਬੈਠੀਆਂ ਨੇ, ਇੱਥੇ ਉਹਨਾਂ ਕੋਲ ਪਤਾ ਕਰਦੇ ਨੇ ਕਿਸ ਤਰ੍ਹਾਂ। ਉਹ ਇੱਕ ਸਿਸਟਮ ਬਣਾਇਆ ਕਿ ਪ੍ਰਿਅੰਕਾ ਗਾਂਧੀ ਜੀ ਨੇ, ਰਾਹੁਲ ਗਾਂਧੀ ਜੀ ਨੇ, ਵੀ ਕਿਸ ਤਰ੍ਹਾਂ ਕੀ ਕਰਨਾ ਹੈ। ਜੇ ਇਹ ਇੱਕ ਅਬਜ਼ਰਵਰ ਸਾਹਿਬ ਇੱਥੇ ਹੀ ਨਹੀਂ ਇਕੱਲੇ ਹੈਗੇ, ਇਹ ਸਾਰੇ ਪੰਜਾਬ ਦੇ ਵਿੱਚ ਅਬਜ਼ਰਵਰ ਲੱਗੇ ਹੋਏ ਹੈਗੇ ਨੇ, ਉਹ ਸਾਰੇ ਲੋਕਾਂ ਨੂੰ, ਜ਼ਿਲ੍ਹੇ ਦੇ ਨੇ, ਇਹ ਆਪਣੇ ਜ਼ਿਲ੍ਹੇ ਦੇ ਨੇ, ਆਪਣੇ 4 ਕੌਂਸਟੀਟਿਊਂਸੀਆਂ ਦੇ ਹੈਗੇ ਨੇ। ਜੇ ਤੁਸੀਂ ਕਹਿ ਰਹੇ ਬਣਾ ਲੈਣਾ ਦਰਬਾਰਾ ਹੁਣ ਤਾਂ ਕਈ ਦਿਨ ਪਹਿਲਾਂ ਉਦਘਾਟਨ ਕੀਤਾ ਸੜਕ ਦਾ ਪੈਸਾ ਉਹਦਾ। ਦੇਖੋ ਮੈਂ ਤੁਹਾਨੂੰ ਦੱਸਾਂ, ਮੈਂ ਅੱਜ ਇਹਨਾਂ ਦੀ ਉਹ ਪੜ੍ਹੀ ਹੈ
ਇਹ ਤਾਂ ਗੈਰ ਕਾਨੂੰਨੀ ਹੈ ਸਾਰੇ। ਮਿੱਤਰੋਤਰ ਸਿੰਘ ਨਾਲ ਸੀ ਉਹਨਾਂ ਦੇ ਕਿਹਨਾਂ ਦਾ ਜੀ? ਚੇਅਰਮੈਨ ਮਾਰਕੀਟ ਕਮੇਟੀ ਦਾ ਚੇਅਰਮੈਨ ਨਾਲ ਸੀ ਤਰਲੋਚਨ ਸਿੰਘ। ਇਹਦਾ ਜਵਾਬ ਤਾਂ ਉਹ ਦੇ ਸਕਦਾ ਜੀ। ਨਹੀਂ, ਤੁਸੀਂ ਕੀ ਮੰਨਦੇ ਹੋ ਵੀ ਇਹ ਕਰਨਾ ਚਾਹੀਦਾ ਸੀ? ਤੁਸੀਂ ਅੱਜ ਕਰਕੇ ਆਏ ਹੋ, ਉਹਨਾਂ ਨੇ ਪਹਿਲਾਂ ਕਰ ਦਿੱਤਾ। ਉਹਨੂੰ ਅਧਿਕਾਰ ਕੀ ਹੈ ਜੀ? ਇਹ ਤਾਂ ਤੁਸੀਂ ਪੁੱਛ ਲਿਆ ਕਰੋ ਵੀ ਤੁਹਾਨੂੰ ਕੋਈ ਅਧਿਕਾਰ ਹੈ ਕਿ ਨਹੀਂ ਹੈਗਾ। ਤੁਸੀਂ ਉਹਨਾਂ ਨੂੰ ਕੱਲ ਪੁੱਛਣਾ ਸੀ ਵੀ ਜੇ ਕੋਈ ਵੀ ਕਾਇਦਾ ਜੇ ਇੱਕ ਕਾਨੂੰਨ ਮਿੰਟ ਨਹੀਂ ਹੈ ਜੀ। ਜੇ ਵੀ ਦਰਸ਼ਨ ਸਿੰਘ ਉਹਨੂੰ ਰੌਲਾ ਪਾ ਰਹੇ ਨੇ ਤੇ ਤੁਹਾਡੇ ਕੋਲੇ ਰਿਟਾਇਰਮੈਂਟ ਦੇ ਆਰਡਰ ਹੈ ਨਹੀਂ ਵੀ ਦਿਖਾ ਦਿਓ, ਉਹ ਤੁਹਾਨੂੰ ਦਿਖਾ ਦਿੰਦੇ। ਸਾਨੂੰ ਤਾਂ ਅੱਜ ਪਤਾ ਲੱਗੇ ਵੀ ਉਦਘਾਟਨ ਦੁਬਾਰਾ ਹੋ ਰਿਹਾ, ਸਾਨੂੰ ਤਾਂ ਇਹ ਪਤਾ ਹੁੰਦਾ ਨਹੀਂ ਉਹ ਫਿਰ ਜਦੋਂ ਤੁਸੀਂ ਅਨਆਥੋਰਾਈਜ਼ਡ ਬੰਦੇ ਤੋਂ ਉਦਘਾਟਨ ਕਰਾਓਗੇ ਉਦੋਂ ਵੀ ਤਾਂ ਪ੍ਰੈਸ ਵਾਲੇ ਉੱਥੇ ਗਏ ਹੋਏ ਸੀਗੇ ਜੀ, ਉਦੋਂ ਵੀ ਤਾਂ ਬਣਾਈ ਹੈ ਨਾ। ਮੈਂ ਮਾਫ ਕਰਨਾ, ਇਹ ਹੈ ਨਾ ਕਹਿਣਾ ਮੈਂ ਇਹਨਾਂ ਦੋਹਾਂ ਸੱਜਣਾ ਤਿੰਨਾਂ ਦੀ ਕੋਈ ਤਾਰੀਫ ਕਰ ਰਿਹਾ। ਅਗਰ ਇਹ ਰੌਲਾ ਨਾ ਹੁੰਦਾ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਸੀ ਅੱਜ ਕਿ ਆਓ ਭਾਈ ਆਪਾਂ ਉਦਘਾਟਨ ਕਰਨਾ, ਚਲੋ ਟਿਕਟ ਮਿਲੇਗੀ। ਜੇ ਮੇਰੇ ਨਾਲ ਹੁੰਦੇ ਫਿਰ ਮੇਰਾ ਭਾਸ਼ਣ ਸੁਣ ਲੈਂਦੇ ਕਿ ਮੈਂ ਕੀ ਕਹਿ ਰਿਹਾ। ਤਹਿਸੀਲਦਾਰ ਸਾਹਿਬ ਤੁਸੀਂ ਜੇ ਟਿਕਟ ਉਸ ਵੇਲੇ ਨਹੀਂ ਮਿਲਦੀ, ਬਾਕੀ ਸਾਰੇ ਸਹਿਮਤ ਹੋ ਤੁਸੀਂ? ਬਿਲਕੁਲ ਸਹਿਮਤ ਹਾਂ। ਅਸੀਂ ਤਾਂ ਇਹ ਕਹਿ ਰਹੇ ਹਾਂ ਜਿਵੇਂ ਐਮਐਲਏ ਸਾਹਿਬ ਨੇ ਕਿਹਾ, ਕੁਲਵੰਤ ਜੀ ਬੈਠੇ ਨੇ, ਉਹ ਬੈਠੇ ਨੇ, ਕੁਲਵੰਤ ਨਾਰੀਕੇ ਹੈਗੇ ਨੇ, ਅਜਿੰਦਰਪਾਲ ਉੱਚੀ ਹੈਗੇ ਨੇ, ਠੀਕ ਹੈ। ਸਾਨੂੰ ਕਿਸੇ ਦੇ ਵਿੱਚੋਂ ਟਿਕਟ ਮਿਲ, ਪਤਾ ਕੀ ਹੈ, ਜਦੋਂ ਇੱਥੇ ਅਸੀਂ ਇਕਜੁੱਟ ਹੋ ਕੇ ਸਾਰੇ ਇਕੱਠੇ ਹੋ ਕੇ ਚੱਲ ਰਹੇ ਹਾਂ ਤਾਂ ਇਹ ਜਿਹੜਾ ਮਾਪਦੰਡ ਐਮਐਲਏ ਸਾਹਿਬ ਨੇ ਦੱਸਿਆ, ਮਾਪਦੰਡ ਸਾਰਾ ਉਹਨਾਂ ਨੇ ਦੇਖਣਾ ਹੈ। ਆਪਣੇ ਕਾਂਗਰਸ ਪਾਰਟੀ ਨੇ ਜਿਹੜੇ ਬੰਦੇ ਨੂੰ ਰਿਜ਼ਰਵਰ ਨੇ ਦੇਖਣਾ ਜੀ, ਸਿਲੈਕਟ ਕਰਤਾ ਹੈ, ਉਸ ਤੋਂ ਬਾਅਦ ਫਿਰ ਦੇਖ ਲੈਣਗੇ ਵੀ ਹਾਂ ਕਿਹਨੇ। ਇੱਕ ਸਿੱਧੂ ਸਾਹਿਬ ਕੱਲ ਇਹ ਗੱਲ ਹੋਈ ਸੀ ਵੀ ਉਹਦੇ ਜਾਮ 'ਚ ਫਸ ਕੇ ਛੱਡਾ ਜੀ ਹੋਣੀ ਤੇ ਆਪਣੇ ਕੁਲਵੰਤ ਨਾਰੀਕੇ, ਉਹ ਅੱਜ ਵੀ ਨਹੀਂ ਆਏ। ਤੁਹਾਡੇ ਨਾਲ ਕੀ ਲੱਗਦਾ ਹੈ ਇਹਦੇ 'ਚ? ਨਹੀਂ ਹੁਣ ਇਹਦਾ ਮਤਲਬ ਇਹ ਥੋੜੀ ਵੀ ਜੋ ਅੱਜ ਆਏ ਨਹੀਂ, ਇੱਕ ਅੱਧਾ ਬੰਦਾ ਘਟ ਗਿਆ ਉਹਦੇ 'ਚ ਵੀ ਸਾਡੇ ਨਾਲ ਨਹੀਂ। ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਨਾ, ਉਹਦੇ ਵਿੱਚ ਸਾਈਨ ਨੇ ਤੁਹਾਨੂੰ ਦਿੱਤੇ ਹੈ, ਉਹਦਾ ਮੈਂ ਪੀਡੀਐਫ ਤੁਹਾਨੂੰ ਭੇਜਿਆ। ਠੀਕ ਹੈ। ਇੱਕ ਹੈ ਦੱਸੋ, ਤੁਸੀਂ ਗੱਲ ਕਹਿ ਰਹੇ ਹੋ ਵੀ ਜੇ ਅਸੀਂ ਅੱਜ ਲੇਟ ਹੁੰਦੇ ਨਾ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ, ਸਾਡੇ ਪ੍ਰੋਗਰਾਮ ਬਹੁਤ ਹੋਣੇ ਤੁਹਾਡੇ, ਤੁਸੀਂ ਨਾਲ ਲੈ ਕੇ ਸਾਰਿਆਂ ਨੂੰ ਚੱਲੋਗੇ? ਬਿਲਕੁਲ ਲੈ ਕੇ ਚੱਲੂਗਾ। ਅਗਰ ਅਗਲੀ ਵਾਰੀ ਮੈਂ ਕੋਈ ਪ੍ਰੋਗਰਾਮ ਕਰਦਾ ਇਹਨਾਂ ਨੂੰ ਬਕਾਇਦੇ ਸੱਦਾ ਪੱਤਰ ਕਹਿ ਕੇ ਜਾਂ ਮਿਲ ਕੇ ਕਹੂੰਗਾ ਕਿ ਮੈਂ ਉੱਥੇ ਭਾਈ ਫਲਾਣਾ ਪ੍ਰੋਗਰਾਮ ਰੱਖ ਰਿਹਾ, ਤੁਸੀਂ ਉੱਥੇ ਦਰਸ਼ਨ ਜ਼ਰੂਰ ਦਿਓ। ਇੱਕ ਐਮਐਲਏ ਸਾਹਿਬ ਜਿਹੜੀ ਠੀਕ ਹੈ ਗ੍ਰਾਂਟ ਸੀ, ਟਿਕਟ ਹੈ ਜਿਹੜੀ ਜਿਹਨੂੰ ਮਰਜ਼ੀ ਮਿਲੇ, ਮੇਰੇ ਉੱਥੇ ਭਾਸ਼ਣ ਵੀ ਦੱਸ ਦੂੰਗਾ ਕੀ ਹੋਊਗਾ। ਜਿਹੜਾ ਸਾਰੇ ਹਲਕੇ ਸ਼ਤਰਾਣੇ ਦੇ ਲੋਕ ਬੈਠੇ ਨੇ। ਐਮਐਲਏ ਸਾਹਿਬ ਇੱਕ ਜਿਹੜੀ ਗ੍ਰਾਂਟ ਮਿਲੀ ਹੋਈ ਹੈ ਹਲਕੇ ਸ਼ਤਰਾਣੇ ਨੂੰ, ਕਹਿੰਦੇ ਤੁਸੀਂ ਉਦੋਂ ਗੱਲ ਕੀਤੀ ਸੀ ਵੀ ਡੀਸੀ ਸਾਹਿਬ ਕੋਲ ਜਮ੍ਹਾਂ ਪਈ ਹੈ। ਹਾਂਜੀ ਕਿੰਨੀ ਗ੍ਰਾਂਟ ਹੈ ਉਹ, ਹੁਣ ਉਹਦਾ ਕੀ ਬਣਿਆ ਅੱਗੇ? 10 ਕਰੋੜ ਦੇ ਕਰੀਬ ਹੈ ਜੀ। ਉਹ ਲਾਈ ਯਾਰ ਡੀਸੀ ਨੂੰ ਲਾਈ ਜਰਾ ਕਿ ਟੈਲੀਫੋਨ ਇੱਕ ਮਿੰਟ। ਸਾਰੇ ਵਿੱਤ ਕਮਿਸ਼ਨ ਦੀ ਹੈ ਜਾਂ ਸੂਬਾ ਸਰਕਾਰ ਦੀ? ਨਹੀਂ ਜੀ ਨਹੀਂ ਸਾਡੇ ਜ਼ਿਲ੍ਹੇ ਪਟਿਆਲੇ ਦੀ। ਨਹੀਂ ਸਰ, ਇਹ ਸੈਂਟਰਲ ਗਵਰਨਮੈਂਟ ਦੀ ਇਹ ਹਲਕੇ ਸ਼ਤਰਾਣੇ ਦੀ ਕਿੰਨੀ ਹੋਈ? ਹਾਂਜੀ ਹਲਕੇ ਸ਼ਤਰਾਣੇ ਦੀ ਕਿੰਨੀ ਹੈ? ਕਿਵੇਂ? ਹਲਕੇ ਸ਼ਤਰਾਣੇ ਵਾਸਤੇ 14 ਕਰੋੜ ਰੁਪਏ ਅੰਤਾਜਨ ਜੀ। ਤੇ ਉਹਦਾ ਅਜੇ ਤੱਕ ਕੀ ਹੋਇਆ? ਉਹ ਤਾਂ ਮੈਂ ਉਹੀ ਦੱਸਣ ਡਿਆ, ਤਾਂ ਹੀ ਮੈਂ ਉਹਨੂੰ ਕਿਹਾ ਕਾਕਾ ਡੀਸੀ ਸਾਹਿਬ ਨੂੰ ਟੈਲੀਫੋਨ ਲਾਈ, ਮੈਂ ਹੁਣੇ ਦੱਸ ਦੇਣਾ ਤੁਹਾਨੂੰ ਕਿ ਦੱਸੋ ਜੀ ਕੀ ਬਣਿਆ। ਹੁਣ ਜਿਵੇਂ ਅੱਜ ਹੁਣ ਜੇ ਹੁਣ ਅੱਗੇ ਚੋਣ ਜਾਬਤਾ ਲੱਗਣ ਵਾਲਾ ਇਹਦਾ, ਮੈਂ ਤਾਂ ਇਹ ਵੀ ਕਹਿਦਾ ਵੀ ਜੇ ਤੁਸੀਂ ਸਾਨੂੰ ਗ੍ਰਾਂਟ ਨਹੀਂ ਦਿੰਦੇ ਫਿਰ ਇਹ ਲੋਕਾਂ ਜਾ ਕੇ ਕੀ ਕਰਾਂਗੇ ਜੀ? ਲੋਕਾਂ ਤਾਂ ਗੱਲ ਸਾਨੂੰ ਪੁੱਛਣਾ ਹੈ ਨਾ। ਉਹਦੇ ਤਾਂ ਜਿਹੜੇ ਬੰਦੇ ਦੋਸ਼ੀ ਨੇ ਉਹ ਫਿਰ ਨੰਗਾ ਚਿੱਟਾ ਹੋ ਕੇ ਮੈਂ ਕਹੂੰਗਾ ਜਿਵੇਂ ਪਹਿਲਾਂ ਮੈਂ ਕਿਹਾ ਸੀਗਾ, ਉਦੋਂ ਬੜੀ ਤਕਲੀਫ ਹੋਈ ਸੀ ਕੁਝ ਲੋਕਾਂ ਨੂੰ, ਕੁਝ ਲੀਡਰਾਂ ਨੂੰ। ਤੁਹਾਨੂੰ ਪਤਾ ਮੈਂ ਜੇ ਨਹੀਂ ਬੋਲਦਾ ਜੇ ਬੋਲਾਂ ਫਿਰ ਮੈਂ ਸਪਸ਼ਟਵਾਦੀ ਹੋਈ ਹਾਂ। ਭੁਪਿੰਦਰ ਜੀ ਤੁਸੀਂ ਇਹ ਗੱਲ ਕਹੀ ਸੀ ਨਾ ਵੀ ਇਸ ਤਰ੍ਹਾਂ ਕਰੇਗਾ ਨਾ ਸਾਰੇ ਆਈਏਐਸ ਅਫਸਰ, ਸਾਰੇ ਪੀਸੀਐਸ ਅਫਸਰ, ਸਾਰੇ ਆਈਪੀਐਸ ਅਫਸਰ ਫਿਰ ਤਾਂ ਰੋਜ਼ ਇੱਥੇ ਇਲੈਕਸ਼ਨ 'ਚ ਆ ਜਾ ਕਰਨਗੇ। ਬਿਲਕੁਲ ਜੀ ਬਿਲਕੁਲ। ਮੇਰੀ ਗੱਲ ਸਮਝ ਗਏ ਵੀ ਤਾਂ ਛੁੱਟੀ ਲੈਣਗੇ, ਉੱਥੇ ਅਪਲਾਈ ਕਰਨਗੇ, ਇਲੈਕਸ਼ਨ ਲੜਨਗੇ। ਇਲੈਕਸ਼ਨ ਲੜਨ ਦੇ ਦੂਰ ਦੀ ਗੱਲ ਰਹੇਗੀ, ਉਹ ਕੰਪੇਨ 'ਚ ਵੀ ਜਾ ਸਕਦਾ ਮੁਲਾਜ਼ਮ ਤਾਂ। ਮੈਂ ਕਿਤੇ ਨਹੀਂ ਜਾ ਸਕਦਾ। ਇਲੈਕਸ਼ਨ ਛੱਡੋ ਤੁਸੀਂ, ਕੰਪੇਨ ਮਤਲਬ ਉਰੇ ਨਹੀਂ ਜਾ ਸਕਦਾ, ਇੱਥੇ ਨਹੀਂ ਬੈਠ ਸਕਦੇ, ਪਾਰਟਿਸਿਪੇਟ ਨਹੀਂ ਕਰ ਸਕਦੇ। ਮੈਂ ਪੀਡੀਐਫ ਜਿਹੜੀ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ, ਚੀਫ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਆਏ ਆ ਨਾ, ਉਹਦੇ ਵਿੱਚ ਮੈਂ ਲਿਖ ਕੇ ਆਇਆ। ਉਲਟਾ ਮੈਂ ਤੁਹਾਨੂੰ ਦੱਸਾਂ, ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਗੱਲ ਕਹੀ, ਮੈਂ ਕਿਹਾ ਸਰ ਇਹਦਾ ਕੀ ਹੋਊਗਾ? ਉਹਨੇ ਉਲਟਾ ਮੈਨੂੰ ਜਵਾਬ ਦਿੱਤਾ, ਕਹਿੰਦੇ ਯੂ ਡੋਂਟ ਨੋ ਵੀ ਕਿਆ ਹੋਊਗਾ ਇਹ। ਮੈਨੂੰ ਕਹਿੰਦੇ ਵੀ ਤੁਸੀਂ ਵੀ ਆਫਿਸਰ ਰਹੇ ਹੋ, ਤੁਹਾਨੂੰ ਨਹੀਂ ਪਤਾ? ਮੈਂ ਸਰ ਤੁਸੀਂ ਇਹਦਾ ਐਕਸ਼ਨ ਲਓ, ਬਹੁਤ ਬੜਾ ਐਕਸ਼ਨ ਹੋਣਾ ਹੈ। ਉਹ ਪਹਿਲਾਂ ਹੀ ਮੈਂ ਕਹਿੰਦਾ ਤੁਸੀਂ ਸਿਆਣੇ ਬੰਦੇ ਉਹਨਾਂ ਨੂੰ ਕਹਿ ਦਿਓ ਵੀ ਬਾਈ ਹਜੇ ਡੁੱਲੇ ਵੇਰਿਆਂ ਦਾ ਕੁਛ ਨਹੀਂ ਵਿਗੜਿਆ, ਤੂੰ ਜਾ ਕੇ ਆਪਣੀ ਉਸੇ ਸੀਟ 'ਤੇ ਬਹਿ ਜਾ, ਤੇਰਾ 1 ਸਾਲ ਕ ਰਹਿੰਦਾ ਹੈ। ਤੁਸੀਂ ਟਿਕਟ ਦੀ ਗੱਲ ਕਰਦੇ ਹੋ। ਚਲੋ ਕੋਈ ਨਹੀਂ। ਅੱਛਾ ਇਹ ਜਿਹੜਾ ਮੁੱਦਾ ਹੈ ਐਮਐਲਏ ਸਾਹਿਬ, ਮੈਂ ਕੱਲ ਵੀ ਇਹ ਗੱਲ ਕਹੀ ਸੀ, ਇਹ ਇਕੱਲਾ ਆਪਣੇ ਤੱਕ ਸਹਿਮਤ ਨਹੀਂ ਹੈ, ਇਹ ਅਕਾਲੀ ਦਲ ਕੋਲੇ ਵੀ ਜਾਊਗਾ। ਜੇ ਆਪਾਂ ਵੀ ਚੁੱਪ ਰਹੇ ਨਾ, ਅਕਾਲੀ ਦਲ ਨੇ ਵੀ ਚੱਕਣਾ ਹੈ, ਬਿਲਕੁਲ ਸਾਰਾ ਚੱਕਣਾ, ਆਮ ਆਦਮੀ ਪਾਰਟੀ ਨੇ ਵੀ ਚੱਕਣਾ। ਇਹਦੀ ਤਾਂ ਜਿਹੜੀ ਹੈ ਨੋਮੀਨੇਸ਼ਨ ਵੀ ਕਿਤੇ ਵੀ ਨਹੀਂ ਹੋ ਸਕਦੀ। ਹਾਂਜੀ ਹੁਣ ਗ੍ਰਾਂਟ ਬਾਰੇ ਗੱਲ ਕਰੀਏ। ਗ੍ਰਾਂਟ ਬਾਰੇ ਇਹ ਆ ਜੀ, ਗ੍ਰਾਂਟ ਬਾਰੇ ਇਹ ਗੱਲ 'ਚ ਕੋਈ ਹੱਥਕਤਨੀ ਨਹੀਂ ਕਿ ਇਹਨਾਂ ਨੇ ਪਤਾ ਨਹੀਂ ਕੀ ਤੋਂ ਖਵਾਇਆ ਕੀ ਤੋਂ ਨਹੀਂ। ਇਹਨਾਂ ਨੇ ਉਹਦੇ ਗ੍ਰਾਂਟ ਦੇ
ਨਾ ਮਿਲਣ ਦੇ ਵਿੱਚ ਡਿੱਕਾ ਸਿਕੜਾਇਆ ਕੀ ਤੋਂ ਹੋਇਆ ਮੈਨੂੰ ਨਹੀਂ ਪਤਾ ਹੈ ਕਿ ਟਿਕਟ ਹੈ ਜਿਹੜੀ ਉਹ ਇਹਨੂੰ ਪਾਸ ਹੋ ਗਈ, ਮਿਲ ਗਈ ਇਹਨੂੰ, ਜਿਵੇਂ ਆਪਾਂ ਨੂੰ ਇੱਥੇ ਗਮਰਾਹ ਕਰਦਾ ਫਿਰਦਾ। ਜਦੋਂ ਮੈਨੂੰ ਪਤਾ ਲੱਗਾ ਮੈਂ DC ਸਾਹਿਬ ਨਾਲ ਖਾਸਾ ਗੁੱਸੇ ਭਾਰੀ ਹੋਇਆ। ਮੈਂ ਕਿਹਾ ਵੀ ਇਹ 900 ਜੇ ਤੁਹਾਨੂੰ ਪਤਾ ਵੀ ਟਿਕਟ ਉਹਨੂੰ ਮਿਲ ਗਈ ਤੇ ਫਿਰ ਸਾਨੂੰ ਕਾਹਨੂੰ ਪਰੇਸ਼ਾਨ ਕਰ ਦਿਓ, ਸਾਨੂੰ ਤੁਸੀਂ ਉਹ ਕਹਿੰਦੇ ਵੀ ਟਿਕਟ ਤਾਂ ਭਾਈ ਕਿਸੇ ਕੋਲ ਹੋਰ ਕੋਲ ਚਲੀ ਗਈ, ਤੁਸੀਂ ਆਪਦਾ ਕੰਮ ਕਰਨਾ ਜੀ। ਮੈਂ ਨਹੀਂ ਕਹਿੰਦਾ ਕਰਾਂ ਮੇਰੇ ਜੋ ਨੋਟਿਸ 'ਚ ਹੈ ਵੀ ਇਹ ਟਿਕਟ ਸ਼ਾਇਦ ਤੁਹਾਨੂੰ ਨਾ ਮਿਲੇ। ਮੈਂ ਕਿਹਾ ਜੇ ਮੈਨੂੰ ਟਿਕਟ ਨਾ ਮਿਲੀ ਚਲੋ ਵਧੀਆ ਕੀਤਾ ਤੁਸੀਂ ਦੱਸਤਾ, ਮੈਂ ਉਹਦੇ ਕਾਹਨੂੰ ਤੁਰਿਆ ਫਿਰਦਾ ਵੀ ਪੈਸੇ ਖਰਚ ਕਰਦਾ, ਗਰੀਬ ਆਦਮੀ ਆ। ਜੀ ਇਹ ਗੱਲ ਸੁਣਨ ਚ ਆਈ ਜੀ ਵੀ ਦਰਬਾਰਾ ਸਿੰਘ ਨੇ ਕਿਹਾ ਵੀ ਜਿਹੜੀ ਗ੍ਰਾਂਟ ਮਿਲੀ ਆ ਵੀ ਮੈਨੂੰ ਦਿਓ ਚੱਕ, ਮੈਂ ਜਾ ਕੇ ਪਿੰਡਾਂ 'ਚ ਵੰਡਣੇ ਨੇ। ਕਹਿਣ ਦੇ ਆਪ ਕੋਈ ਗ੍ਰਾਂਟ ਨਹੀਂ ਮਿਲਦੀ ਜੀ। ਜੇ ਮੈਂ ਕਹਿੰਦਾ ਕਿ ਬਾਬੂ ਜੀ ਇਹ ਬੈਗ ਤਾਂ ਮੇਰਾ ਹੈ, ਇਹ ਮੇਰੇ ਕਹਿਣ ਨਾਲ ਮੇਰਾ ਹੋ ਜਾਊਗਾ ਜੀ। ਇਹਦੇ 'ਚ ਇੱਕ ਐਡ ਕਰਦਾ, ਇਸ ਨੇ ਇੱਕ MLA ਸਾਹਿਬ ਸ਼ਾਇਦ ਤੁਹਾਡੇ ਨੌਲੇਜ 'ਚ ਹੋਵੇ ਜਾਂ ਨਾ ਹੋਵੇ, ਇਸ ਨੇ 29 ਤਰੀਕ ਦਾ ਇੱਕ ਫੰਕਸ਼ਨ ਲਿਆ ਸੀ ਰਾਜਾ ਵੜਿੰਗ ਤੇ ਸਿੱਧੂ ਮੂਸੇ ਖਾਨ ਦਾ, ਮੂਸੇਵਾਲਾ ਦਾ। ਉੱਥੇ ਇਹ ਗੱਲ ਕਹਿ ਰਿਹਾ ਸੀ ਇਹ ਫੰਕਸ਼ਨ ਮੈਂ ਲਿਆ। ਅਸੀਂ ਉੱਪਰ ਤੱਕ ਗੱਲ ਕੀਤੀ, ਵੀ ਕੀ ਤੁਸੀਂ ਉੱਥੇ ਅਸੀਂ ਘਰੇ ਬਹਿ ਜਾਈਏ, ਉਹ ਜਿਹੜਾ ਪ੍ਰੋਗਰਾਮ ਹੈ ਉਹ ਕੈਂਸਲ ਹੋ ਗਿਆ। ਜੇ ਇਹ ਗੱਲ ਹੋਵੇ ਨਾ, ਇਸੇ ਨੂੰ ਕੁਝ ਕਰਨਾ ਹੋਵੇ, ਫਿਰ ਦੂਜੀ ਗੱਲ ਇਹਨੇ ਉੱਥੇ ਜਾ ਕੇ DC ਸਾਹਿਬ ਨੂੰ, ਇਹ ਤਾਂ ਛੋਟੀਆਂ ਗੱਲਾਂ ਨੇ ਜਿਹੜੀਆਂ ਮੈਂ ਗੱਲ ਕਰ ਰਿਹਾ, ਇਹਨੇ ਉੱਥੇ ਜਾ ਕੇ ਕਿਹਾ DC ਨੂੰ ਤੇ ਹਾਕੂ ਤੇ ਉਧਰ ਤੁਹਾਨੂੰ ਪਤਾ ਹੀ ਜਿਹੜੇ ਇਹਨੂੰ ਕੋਟਰੀ ਚੱਕੀ ਫਿਰਦੀ ਆ ਕਿ ਜੀ ਇਹਦੀ ਟੌਰ ਨਹੀਂ ਬਣਦੀ ਨੇ, 2-3 ਗਨਮੈਨ ਦੇ ਦਿਓ, ਉਹ ਵੀ ਗਨਮੈਨ ਡਰਾ ਹੋ ਗਏ ਨੇ।